starting with the text pre-processing. ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਟੈਕਸਟ ਪ੍ਰੀ ਪ੍ਰੋਸੈਸਿੰਗ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਸ਼ੁਰੂ ਕਰਦੇ ਹਾਂ ਲਾਈਕ ਸੈਂਟੀਮੈਂਟ ਐਨਾਲਿਸਿਸ ਦੀ। ਤਾਂ ਉਸ 'ਚ ਕੀ ਹੁੰਦਾ ਹੈ ਕਿ ਆਪਾਂ ਇੱਕ ਇਨਪੁਟ ਦਿੰਦੇ ਹਾਂ, ਆਪਾਂ ਟੈਕਸਟ ਇਨਪੁਟ ਜਾਂਦਾ ਉਹਨਾਂ ਕੋਲ, ਆਪਾਂ ਮਤਲਬ ਮਾਡਲ ਨੂੰ ਇਨਪੁਟ ਦਿੰਦੇ ਹਾਂ ਟੈਕਸਟ ਐਜ਼ ਅ ਇਨਪੁਟ, ਤੇ ਉਸਦੇ ਵਿੱਚ ਆਪਣੇ ਕੋਲ ਜਿਹੜੀ ਆਊਟਪੁੱਟ ਆਉਂਦੀ ਹੈ ਉਹ ਕਲਾਸਿਸ ਆਫ ਸੈਂਟੀਮੈਂਟ ਆਉਂਦੀਆਂ ਨੇ। ਤਾਂ ਉਹ ਜਿਹੜੀ ਕਲਾਸ ਆਪਣੇ ਕੋਲ ਆਉਂਦੀ ਹੈ ਉਹ ਡਿਫਰੈਂਟ ਸੈਂਟੀਮੈਂਟਸ ਹੁੰਦੇ ਨੇ ਲਾਈਕ ਹੈਪੀ, ਸੈਡ, ਠੀਕ ਹੈ, ਮਤਲਬ ਹੋਰ ਡਿਫਰੈਂਟ ਤਰ੍ਹਾਂ ਦੇ ਪੋਜ਼ਿਟਿਵ, ਨੈਗੇਟਿਵ। ਤਾਂ ਅਗਰ ਆਪਾਂ ਇੱਕ ਐਗਜ਼ਾਮਪਲ ਲਈਏ ਲਾਈਕ ਦੋ ਕਲਾਸਿਸ ਦੀ, ਪੋਜ਼ਿਟਿਵ ਜਾਂ ਨੈਗੇਟਿਵ ਦੀ, ਤਾਂ ਇਸ 'ਚ ਆਪਾਂ ਦੇਖ ਸਕਦੇ ਹਾਂ ਕਿ ਪੋਜ਼ਿਟਿਵ ਜਿਹੜਾ ਆਪਣੇ ਕੋਲ ਸੈਂਟੀਮੈਂਟ ਆ ਉਹਦਾ ਐਗਜ਼ਾਮਪਲ ਇਹ ਹੋ ਸਕਦਾ ਹੈ ਵੀ ਹੋਟਲ ਇਜ਼ ਰੀਅਲੀ ਬਿਊਟੀਫੁਲ। ਤੇ ਇੱਥੋਂ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਕਿ ਇੱਕ ਬੰਦਾ ਪੋਜ਼ਿਟਿਵ ਰਿਵਿਊ ਦੇ ਰਿਹਾ ਹੈ, ਪੋਜ਼ਿਟਿਵ ਫੀਡਬੈਕ ਦੇ ਰਿਹਾ। ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਨੈਗੇਟਿਵ ਐਗਜ਼ਾਮਪਲ ਦੀ, ਉਹ ਆ ਜਾਂਦਾ ਵਾਈਫਾਈ ਕਨੈਕਸ਼ਨ ਵਾਜ਼ ਰੀਅਲੀ ਬੈਡ। ਤਾਂ ਉਸ 'ਚ ਵੀ ਉਸਨੂੰ ਉਹ ਚੀਜ਼ ਅੱਛੀ ਨਹੀਂ ਲੱਗੀ, ਤਾਂ ਉਹ ਮਤਲਬ ਇੱਕ ਨੈਗੇਸ਼ਨ ਦੇ ਰਿਹਾ, ਇੱਕ ਨੈਗੇਟਿਵ ਇੰਪੈਕਟ ਉਹਦੇ 'ਤੇ ਜੋ ਪਿਆ ਉਸ ਸਰਵਿਸ ਦਾ, ਤੇ ਉਸ ਵੇ 'ਚ ਉਹ ਉਸਦਾ ਰਿਸਪੌਂਸ ਦੇ ਰਿਹਾ। ਤਾਂ ਆਪਾਂ ਇਹਨੂੰ ਟੈਗਸ ਦੇ ਸਕਦੇ ਹਾਂ ਪੋਜ਼ਿਟਿਵ ਜਾਂ ਨੈਗੇਟਿਵ। ਤੇ ਆਪਾਂ ਹੁਣ ਗੱਲ ਕਰਦੇ ਹਾਂ ਮਤਲਬ ਜਦੋਂ ਵੀ ਆਪਾਂ ਟੈਕਸਟ ਪ੍ਰੀ ਪ੍ਰੋਸੈਸਿੰਗ ਕਰਦੇ ਹਾਂ ਤਾਂ ਪਹਿਲਾਂ ਦਿਮਾਗ 'ਚ ਆਪਣੇ ਇਹੀ ਗੱਲ ਆਉਂਦੀ ਹੈ ਵੀ ਟੈਕਸਟ ਕੀ ਚੀਜ਼ ਹੈ। ਤਾਂ ਟੈਕਸਟ ਆਪਾਂ ਸੋਚ ਸਕਦੇ ਹਾਂ ਕਿ ਟੈਕਸਟ ਇਜ਼ ਅ ਸੀਕੁਐਂਸ ਆਫ words, characters, phrases, ठीक है, name entities, sentences, then paragraphs। ਇਹਨਾਂ ਚੋਂ ਕਿਸੇ ਵੀ ਚੀਜ਼ ਦਾ ਅਗਰ ਆਪਾਂ ਸੀਕੁਐਂਸ ਲੈ ਲਈਏ ਉਹ ਬੇਸਿਕਲੀ ਟੈਕਸਟ ਨੂੰ ਰਿਪਰੈਜ਼ੈਂਟ ਕਰਦਾ ਹੈ ਨਾ। ਤਾਂ ਜਿਹੜੇ ਹੁਣ ਕਰੈਕਟਰਸ ਨੇ ਆਪਣੇ ਕੋਲ, ਕਰੈਕਟਰਸ ਕੀ ਹੈ, ਇੱਕ ਲੋ ਲੈਵਲ ਆਪਣੇ ਕੋਲ ਫੀਚਰਸ ਆ ਜਾਂਦੇ ਨੇ। ਦੈਨ ਵਰਡਸ ਜਿਹੜੇ ਆ ਉਸ ਤੋਂ ਜ਼ਿਆਦਾ ਹਾਈ ਲੈਵਲ ਆ ਜਾਂਦੇ ਆ। ਦੈਨ ਅੱਗੇ ਸੈਂਟੈਂਸ, ਫਰੇਜ਼ਿਸ ਅਗਰ ਆਪਾਂ ਗੱਲ ਕਰੀਏ ਉਹ ਇੱਕ ਲਾਰਜ ਚੰਕਸ ਆ ਜਾਂਦੇ ਆਪਣੇ ਕੋਲ। ਤਾਂ ਪਹਿਲਾਂ ਆਪਾਂ ਨੂੰ ਸਮਝਣਾ ਜ਼ਰੂਰੀ ਹੈ ਵੀ ਵਰਡ ਕੀ ਚੀਜ਼ ਹੈ, ਠੀਕ ਹੈ। ਅਗਰ ਆਪਾਂ ਮਤਲਬ ਦੇਖੀਏ ਕਿ ਨੈਚੁਰਲੀ ਅਗਰ ਬੰਦਾ ਸੋਚੇ ਕਿ ਮਤਲਬ ਟੈਕਸਟ ਦੇ ਵਿੱਚ ਕੀ ਹੁੰਦੇ, ਵਰਡਸ ਹੁੰਦੇ ਹਨ, ਆਪਣੇ ਦਿਮਾਗ 'ਚ ਗੱਲ ਹੁੰਦੀ ਹੈ ਵੀ ਟੈਕਸਟ ਜਿਹੜਾ ਉਹ ਮੇਡ ਅਪ ਆਫ ਵਰਡਸ ਹੈ। ਬਟ ਜਿਹੜਾ ਵਰਡ ਹੈ ਇੱਕ ਮੀਨਿੰਗਫੁਲ ਸੀਕੁਐਂਸ ਹੈ ਕਰੈਕਟਰਸ ਦਾ, ਠੀਕ ਹੈ। ਵਰਡ ਦਾ ਕੋਈ ਮੀਨਿੰਗ ਤਾਂ ਹੀ ਨਿਕਲਦਾ ਹੈ ਮਤਲਬ ਅਗਰ ਉਹ 'ਚ ਮਤਲਬ ਜਿਹੜੇ ਕਰੈਕਟਰ ਨੇ ਕਿਸੇ ਪਰਟੀਕੂਲਰ ਸੀਕੁਐਂਸ ਤੋਂ, ਠੀਕ ਹੈ। ਉਹ ਫਿਰ ਡਿਪੈਂਡ ਕਰਦਾ ਆਪਾਂ ਕਿਹੜੀ ਲੈਂਗੁਏਜ ਯੂਜ਼ ਕਰ ਰਹੇ ਹਾਂ, ਉਸ ਲੈਂਗੁਏਜ ਆਪਾਂ ਲੈਟਰਸ ਨੂੰ ਕਿਸ ਤਰ੍ਹਾਂ ਪੜ੍ਹਦੇ ਹਾਂ, ਉਸ ਲੈਂਗੁਏਜ 'ਚ ਕਿਹੜੇ ਕਿਹੜੇ ਲੈਟਰਸ ਹੁੰਦੇ ਨੇ, ਉਹ ਸਾਰੀ ਚੀਜ਼ਾਂ ਉੱਤੇ ਡਿਪੈਂਡ ਕਰਦੀਆਂ। ਹੁਣ ਅਗਰ ਆਪਾਂ ਐਗਜ਼ਾਮਪਲ ਲਈਏ ਇੰਗਲਿਸ਼ ਦੀ, ਤਾਂ ਇੰਗਲਿਸ਼ 'ਚ ਆਪਾਂ ਜਿਹੜੇ ਸੈਂਟੈਂਸਿਸ ਆ ਉਹਨਾਂ ਨੂੰ ਸਪੇਸਿਸ ਜਾਂ ਪੰਚੁਏਸ਼ਨ ਦੇ ਨਾਲ डिवाइड करते हैं, है ना, सैपरेट आउट करते हैं। तो उस सेंटेंस की अगर आप एक एग्जांपल लेने लाइक आप इनपुट दी जॉन, सेनोरिटा एंड जूली गिव मी योर वर्ड्स, तो ਉਹਦੀ आउटपुट आएगी अगर आप स्पेस के बेस ਤੇ ਉਹਨੂੰ डिफरेंशिएट करिए। जॉन एक अलग वर्ड है, सेनोरिटा अलग है, एंड जूली एंड सो फोर्थ। ਤਾਂ ਅਗਰ ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲੈਣੇ ਆ ਜਰਮਨੀ ਦੀ, ਹੈ ਨਾ। ਜਰਮਨ 'ਚ ਕੀ ਹੁੰਦਾ ਵੀ ਜਰਮਨ ਦੇ ਵਿੱਚ ਕੰਪਾਊਂਡ ਵਰਡਸ ਹੁੰਦੇ ਨੇ। ਉਹ ਜਿਹੜੇ ਹੁੰਦੇ ਵਰਡਸ ਉਹ ਕਾਫੀ ਲਾਰਜ ਵਰਡ ਹੁੰਦੇ ਨੇ। ਉਹਦਾ ਇੱਕ ਐਗਜ਼ਾਮਪਲ ਹੈ ਜਿਹੜਾ ਆਪਾਂ ਨੀਚੇ ਮੈਂਸ਼ਨ ਕੀਤਾ ਹੋਇਆ, ਤਾਂ ਦੈਟ ਵਰਡ ਸਟੈਂਡਸ ਫॉर ਇੰਸ਼ੋਰੈਂਸ ਕੰਪਨੀਜ਼ ਵਿਲ ਪ੍ਰੋਵਾਈਡ ਲੀਗਲ ਪ੍ਰੋਟੈਕਸ਼ਨ, ਠੀਕ ਹੈ। ਹੁਣ ਇੱਕ ਕੰਪਾਊਂਡ ਵਰਡ ਹੈ, ਬਟ ਅਗਰ ਆਪਾਂ ਹੁਣ ਇਹਨੂੰ ਲਰਨ ਕਰਨਾ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਬ੍ਰੇਕ ਕਰਨਾ ਪਏਗਾ। ਤਾਂ ਆਪਾਂ ਇਹਨੂੰ ਸਿੱਧਾ ਇਕੱਠਾ ਲੈ ਕੇ ਨਹੀਂ ਜਾ ਸਕਦੇ ਤਾਂ ਕਿ ਸਾਡਾ ਮਾਡਲ ਨੂੰ ਬੈਟਰ ਅੰਡਰਸਟੈਂਡ ਕਰ ਸਕੇ। ਤਾਂ ਇਸ ਕਰਕੇ ਆਪਾਂ ਇਹਨੂੰ ਬ੍ਰੇਕ ਕਰਾਂਗੇ, ਠੀਕ ਹੈ। ਫਿਰ ਆਉਂਦਾ ਆਪਣੇ ਕੋਲ ਪ੍ਰੋਸੈਸ ਟੋਕਨਾਈਜੇਸ਼ਨ ਦਾ। ਟੋਕਨਾਈਜੇਸ਼ਨ ਕੀ ਹੈ? ਟੋਕਨਾਈਜੇਸ਼ਨ ਇੱਕ ਐਸਾ ਪ੍ਰੋਸੈਸ ਹੈ ਜੇ ਕਿ ਆਪਾਂ ਜਿਸ ਟਾਈਪ ਸਪਲਿਟ ਕਰ ਦਿੰਦੇ ਹਾਂ ਇਨਪੁਟ ਸੀਕੁਐਂਸ ਨੂੰ ਸੋ ਕਾਲ ਟੋਕਨਸ ਦੇ ਵਿੱਚ। ਤਾਂ ਤੁਸੀਂ ਸੋਚ ਸਕਦੇ ਹੋ ਟੋਕਨ ਐਜ਼ ਅ ਯੂਜ਼ਫੁਲ ਯੂਨਿਟ ਫॉर ਸਿਮੈਂਟਿਕ ਪ੍ਰੋਸੈਸਿੰਗ, ਠੀਕ ਹੈ। ਤੇ ਟੋਕਨ ਇੱਕ ਵਰਡ ਵੀ ਹੋ ਸਕਦਾ ਹੈ ਜਿਵੇਂ ਕਿ ਪਹਿਲਾਂ ਕੁਐਸਚਨ। ਓਕੇ ਯੈਸ ਸਰ। ਯਾਰ ਮੈਂ ਇੱਕ ਪੁਆਇੰਟ ਐਡ ਕਰਨਾ ਸੀ। ਟੋਕਨਾਈਜੇਸ਼ਨ ਤੇ ਵਰਡ ਦੇ ਵਿੱਚ ਇੱਕ ਸਪੈਸੀਫਿਕ ਡਿਫਰੈਂਸ ਹੁੰਦਾ। ਬਬਲ ਤੁਹਾਨੂੰ ਹੁਣ ਐਕਸਪਲੇਨ ਕਰੇਗਾ ਟੋਕਨਾਈਜ਼ਰਸ ਕੀ ਹੁੰਦੇ ਨੇ, ਟੋਕਨਸ ਕੀ ਹੁੰਦੇ ਨੇ। ਤੇ ਇੱਕ ਪੁਆਇੰਟ ਆਪਾਂ ਇਸ ਐਡ ਕਰਦੀ ਹੈ, ਐਡੀਸ਼ਨਲ ਪੁਆਇੰਟ ਹੈ ਵੀ ਵਰਡਸ ਹਮੇਸ਼ਾ ਮੀਨਿੰਗਫੁਲ ਹੁੰਦੇ ਨੇ, ਟੋਕਨਸ ਨੈਸੈਸਰੀ ਨਹੀਂ ਹੈ ਵੀ ਉਹ ਮੀਨਿੰਗਫੁਲ ਹੋਣ। ਟੋਕਨਸ ਬਣਦੇ ਨੇ ਵੀ ਮਸ਼ੀਨ ਬਸ ਉਹਨਾਂ ਨੂੰ ਐਜ਼ ਅ ਇਨਪੁਟ ਕੰਜ਼ਿਊਮ ਕਰ ਸਕੇ ਇਨਸਟੈਡ ਆਫ ਕਿ ਹਿਊਮਨਸ ਉਹਨੂੰ ਐਜ਼ ਅ ਇਨਪੁਟ ਕੰਜ਼ਿਊਮ ਕਰਨ। ਸੋ ਦੈਟਸ ਅ ਮੇਜਰ ਡਿਫਰੈਂਸ ਬਿਟਵੀਨ ਦੈਮ। ਐਬਸੋਲੂਟਲੀ ਮੈਨੂੰ ਲੱਗਦਾ ਹਾਂ, ਮਤਲਬ ਜਿਵੇਂ ਕਿ ਸਾਈਮ ਨੇ ਤੁਹਾਨੂੰ ਦੱਸਿਆ ਹੁਣੇ ਕਿ ਜਿਹੜੇ ਟੋਕਨਸ ਹੈ ਉਹ ਡਿਪੈਂਡ ਕਰਦੇ ਆ ਆਪਾਂ ਕਿਸ ਤਰ੍ਹਾਂ ਦਾ ਟੋਕਨਾਈਜ਼ਰ ਵਰਤ ਰਹੇ ਹਾਂ, ਠੀਕ ਹੈ, ਜਨਰੇਟ ਕਰਨ ਵਾਸਤੇ। ਬਟ ਜਿਹੜੇ ਵਰਡਸ ਹੈ ਉਹ ਜਿਵੇਂ ਕਿ ਮੈਂ ਦੱਸਿਆ ਉਹ ਲੈਂਗੁਏਜ ਤੇ ਡਿਪੈਂਡ ਕਰਦੇ ਨੇ। ਉਹ ਵਰਡ ਮਤਲਬ ਇੱਕ ਸਿਮੈਂਟਿਕ ਮੀਨਿੰਗ ਉਹਨਾਂ ਦਾ ਹਮੇਸ਼ਾ ਹੋਲਡ ਹੁੰਦਾ। ਤਾਂ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਇੱਕ ਪਹਿਲਾਂ ਟੋਕਨਾਈਜ਼ਰ ਦੀ, ਲਾਈਕ ਇਟਸ ਅ ਵਾਈਟ ਸਪੇਸ ਟੋਕਨਾਈਜ਼ਰ। ਇਹ ਕੀ ਕਰਦਾ ਹੈ, ਕੋਈ ਆਪਣੇ ਕੋਲ ਇੱਕ ਸੈਂਟੈਂਸ ਸੀਗਾ ਦਿਸ ਇਜ਼ ਐਂਡਰਿਊਜ਼ ਟੈਕਸਟ ਇਜ਼ਨਟ ਇਟ, ਤਾਂ ਉਹਨੂੰ ਉਹਨੇ ਕੀ ਕੀਤਾ ਵਾਈਟ ਸਪੇਸਿਸ ਦੇ ਬੇਸ ਤੇ ਟੋਕਨ ਬਣਾਤੇ। ਹੁਣ ਐਂਡਰਿਊਜ਼ ਜਿਵੇਂ ਇਕੱਠਾ ਹੋ ਗਿਆ, ਟੈਕਸਟ ਤੇ ਕੋਮਾ ਇੱਕ ਉਹਨੇ ਅਲੱਗ ਟੋਕਨ ਬਣਾਤਾ, ਇਜ਼ਨਟ ਅਲੱਗ ਕਰਤਾ, ਇਟ ਨਾਲ ਕੁਐਸਚਨ ਮਾਰਕ ਅਲੱਗ ਕਰਤਾ। ਹੁਣ ਅਗਰ ਆਪਣੇ ਕੋਲ ਇੱਕ ਡਾਕੂਮੈਂਟ ਹੈ ਉਹਦੇ ਚ ਇਟ ਕਈ ਵਾਰੀ ਆ ਰਿਹਾ ਹੋਏਗਾ ਤੁਸੀਂ ਦੇਖੋਗੇ, ਬਟ ਉਹਦਾ ਜਿਹੜਾ ਮੀਨਿੰਗ ਹੈ ਉਹ ਸੇਮ ਹੋਏਗਾ, ਠੀਕ ਹੈ। ਪਰ ਇੱਥੇ ਕੀ ਹੋਇਆ, ਜਦੋਂ ਅਸੀਂ ਇਸ ਟੋਕਨਾਈਜ਼ਰ ਨੂੰ ਯੂਜ਼ ਕੀਤਾ ਉਹਨੇ ਇਟ ਤੇ ਇਟ ਵਿਦ ਕੁਐਸਚਨ ਮਾਰਕ ਦੋਨੋਂ ਅਲੱਗ-ਅਲੱਗ ਟੋਕਨ ਬਣਾਤੇ, ਠੀਕ ਹੈ। ਤਾਂ ਇਹਦੇ ਨਾਲ ਕੀ ਹੈ, ਆਪਣੀ ਅਨਨੈਸੈਸਰੀ ਕੰਪਿਊਟੇਸ਼ਨ ਵੱਧ ਰਹੀ ਹੈ, ਮਤਲਬ ਮਸ਼ੀਨ ਨੂੰ ਕਿਤੇ ਨਾ ਕਿਤੇ ਦਿੱਕਤ ਹੋ ਰਹੀ ਹੈ। ਮਤਲਬ ਚੀਜ਼ ਤਾਂ ਇੱਕੋ ਹੀ ਹੈ ਪਰ ਉਹਨੂੰ ਹੁਣ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰ ਰਹੇ ਹਾਂ ਵੀ ਅਲੱਗ-ਅਲੱਗ ਚੀਜ਼ਾਂ ਨੇ। ਤਾਂ ਇਸ ਚੀਜ਼ ਨੂੰ ਆਪਾਂ
ਸੋਲਵ ਕਰ ਸਕਦੇ ਹਾਂ। ਲਾਈਕ ਆਪਣੇ ਕੋਲ ਹੋਰ ਤਰ੍ਹਾਂ ਦੇ ਵੀ ਟੋਕਨਾਈਜ਼ਰਸ ਨੇ, ਜਿਵੇਂ ਕਿ ਪੰਕਚੁਏਸ਼ਨ ਦੇ ਬੇਸਿਸ ਤੇ ਆਪਾਂ ਉਹਨੂੰ ਸਪਲਿਟ ਕਰ ਸਕਦੇ ਹਾਂ। ਤਾਂ ਉਸ 'ਚ ਆਪਣੇ ਕੋਲ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਵੀ ਉਸ 'ਚ ਐਸ, ਇਜ਼ਨ, ਟੀ ਐਵੇਂ ਦੇ ਟੋਕਨਸ ਵੀ ਜਨਰੇਟ ਹੋ ਜਾਂਦੇ ਨੇ। ਤਾਂ ਇਹ ਵੀ ਫਿਰ ਅਗੇਨ ਉਹੀ ਗੱਲ ਹੋਗੀ ਵੀ ਮੀਨਿੰਗਫੁਲ ਤਾਂ ਹੈ ਨਹੀਂ, ਫਿਰ ਅਗੇਨ ਆਪਣੇ ਕੋਲ ਪ੍ਰੋਬਲਮ ਅਰਾਈਜ਼ ਹੋਏਗੀ ਵੀ ਇਹ ਮਤਲਬ ਫालतू ਦੀ ਕੰਪੀਟੀਸ਼ਨ ਇਨਕਰੀਜ਼ ਕਰ ਰਹੇ ਨੇ। ਤਾਂ ਉਸ ਤੋਂ ਬਾਅਦ ਕੀ ਆਇਆ, ਈ ਬੈਂਕ ਵਰਲਡ ਟੋਕਨਾਈਜ਼ਰ ਆਇਆ। ਇਹਨੇ ਕੀ ਕੀਤਾ, ਜਦੋਂ ਆਪਾਂ ਇਸ ਨੂੰ ਯੂਜ਼ ਕੀਤਾ ਨਾ ਤੇ ਆਪਣੀ ਆਊਟਪੁੱਟ ਕੁਝ ਇਸ ਤਰ੍ਹਾਂ ਆਈ ਜੋ ਥੱਲੇ ਮੈਂਸ਼ਨ ਹੈ ਬਲੂ ਲਾਈਨ। ਤਾਂ ਇਸ ਦੇ ਵਿੱਚ ਐਸ ਤੇ ਐਨ ਦੇ ਮਤਲਬ ਐਨ ਅਪੋਸਟ੍ਰੋਫ ਟੀ ਜਿਹੜਾ ਹੈ ਉਹ ਕਾਫੀ ਮੀਨਿੰਗਫੁਲ ਟੋਕਨਸ ਉਹਨੇ ਜਨਰੇਟ ਕੀਤੇ। ਕਿਵੇਂ ਕਿ ਹੁਣ ਅਗਰ ਐਂਡਰਿਊ ਹੈ ਇੱਕ ਨਾਊਨ ਹੈ ਹਨਾ, ਤੇ ਉੱਥੇ ਅਗਰ ਅਪੋਸਟ੍ਰੋਫ ਐਸ ਆ ਰਿਹਾ ਤਾਂ ਉਹ ਇੱਕ ਮੀਨਿੰਗ ਕ੍ਰੀਏਟ ਕਰ ਰਿਹਾ, ਉਹ ਦੱਸ ਰਿਹਾ ਸਾਨੂੰ ਵੀ ਇੱਥੇ ਨਾਊਨ ਆ ਰਿਹਾ, ਜਾਂ ਕਿਤੇ ਐਨ ਮਤਲਬ ਨੋਟ ਲੱਗ ਰਿਹਾ ਤਾਂ ਉਹ ਨਿਗੇਸ਼ਨ ਦੱਸ ਰਿਹਾ ਵੀ ਹਾਂ ਉਸ ਚੀਜ਼ ਦੀ ਨਿਗੇਸ਼ਨ ਹੋ ਰਹੀ ਹੈ। ਤਾਂ ਕੁਝ ਮੀਨਿੰਗ ਸਾਨੂੰ ਦੱਸ ਰਿਹਾ। ਤੇ ਮਾਡਲ ਇੱਥੋਂ ਲਰਨ ਕਰ ਸਕਦਾ ਵੀ ਕਿੱਥੇ ਕਿਹੜੀ ਚੀਜ਼ ਦੀ ਇੰਪੋਰਟੈਂਸ ਵੱਧ ਰਹੀ ਹੈ, ਘਟ ਰਹੀ ਹੈ। ਮਤਲਬ ਅਗਰ ਕਿਤੇ ਨਿਗੇਸ਼ਨ ਹੋ ਰਹੀ ਹੈ ਤਾਂ ਉਹ ਨੈਗੇਟਿਵ ਸੈਂਸ 'ਚ ਜਾ ਰਹੇ ਆ, ਤਾਂ ਇਸ ਤਰੀਕੇ ਨਾਲ। ਤੇ ਹੁਣ ਆਪਾਂ ਮਤਲਬ ਅੱਗੇ ਪੜ੍ਹਦੇ ਹਾਂ ਵੀ ਟੋਕਨ ਨਾਰਮਲਾਈਜੇਸ਼ਨ ਕੀ ਚੀਜ਼ ਹੁੰਦੀ ਹੈ, ਠੀਕ ਹੈ। ਤਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਚੀਜ਼ ਦਿਖਾਉਣਾ ਚਾਹੁੰਦਾ। ਆਪਾਂ ਨੋਟਬੁੱਕ 'ਚ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਆਪਾਂ ਜਨਰੇਟ ਕਰਦੇ ਹਾਂ ਟੋਕਨਸ। ਲਾਈਕ ਇਹ ਨੋਟਬੁੱਕ ਹੈ, ਮੈਂ ਕਨੈਕਟ ਕਰਨਾ। ਮੈਂ ਤੁਹਾਨੂੰ ਪਾਈਥਨ ਨਾਲ ਇੰਪਲੀਮੈਂਟੇਸ਼ਨ ਦਿਖਾਣਾ ਟੋਕਨਾਈਜੇਸ਼ਨ ਦੀ ਕਿਸ ਤਰ੍ਹਾਂ ਹੁੰਦੀ ਹੈ। just 1 minute guys, just ठीक है। ਸੋ ਇੱਥੇ ਬਹੁਤ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਇੱਕ NLTK ਸਾਡੇ ਕੋਲ ਪਾਈਥਨ ਦੀ ਕਾਫੀ ਇੰਪੋਰਟੈਂਟ ਲਾਇਬ੍ਰੇਰੀ ਹੈ। ਅਗਰ ਤੁਸੀਂ NLP 'ਚ ਕੰਮ ਕਰ ਰਹੇ ਹੋ ਤਾਂ NLTK ਇੱਕ ਬਹੁਤ ਇੰਪੋਰਟੈਂਟ ਲਾਇਬ੍ਰੇਰੀ ਹੈ। ਸੋ ਉਸਨੂੰ ਯੂਜ਼ ਕਰਕੇ ਬਬਲ ਤੁਹਾਨੂੰ ਟੋਕਨਾਈਜੇਸ਼ਨ ਬਾਰੇ ਦੱਸੇਗਾ। ਦੇਖੋ ਹੁਣ ਅਸੀਂ NLTK ਤੋਂ ਇੱਕ ਵਰਡਨੈਟ ਡਾਊਨਲੋਡ ਕੀਤਾ, ਠੀਕ ਹੈ। ਉਸ ਤੋਂ ਮਤਲਬ ਆਪਾਂ ਕੀ ਹੁੰਦਾ ਉਸਦੇ ਬੇਸਿਸ ਤੇ ਉਹ ਜਿਹੜੇ ਟੋਕਨਾਈਜ਼ਰ ਜਿਹੜੇ ਟੋਕਨਸ ਨੇ ਟੋਕਨਾਈਜ਼ਰ ਉਹ ਵਰਕ ਕਰਦਾ ਹੈ, ਠੀਕ ਹੈ। ਤਾਂ ਹੁਣ ਦੇਖੋ ਇਹਦੇ 'ਚ ਅਗਰ ਆਪਾਂ ਪਹਿਲਾਂ ਯੂਜ਼ ਕੀਤਾ ਵਾਈਟ ਸਪੇਸ ਟੋਕਨਾਈਜ਼ਰ, ਇੱਕ ਮਿੰਟ ਮੈਂ ਜ਼ੂਮ ਕਰਦਾ। ਹੁਣ ਪ੍ਰੋਪਰ ਵਿਜ਼ੀਬਲ ਹੈ ਨਾ ਇਸ ਕਾਰਨ? ਹਾਂ ਦੇਖੋ ਇਸ ਦੇ ਵਿੱਚ ਜਦੋਂ ਆਪਾਂ ਸੈੱਲ ਨੂੰ ਰਨ ਕੀਤਾ ਤਾਂ ਅਗਰ ਆਪਾਂ ਵਾਈਟ ਸਪੇਸ ਟੋਕਨਾਈਜ਼ਰ ਯੂਜ਼ ਕੀਤਾ ਤਾਂ ਉਹਨੇ ਇਸ ਤਰੀਕੇ ਨਾਲ ਕੁਝ ਆਪਣੇ ਟੋਕਨਸ ਜਨਰੇਟ ਕਰਤੇ। ਤੇ ਅਗਰ ਆਪਾਂ ਦੇਖੀਏ ਹੁਣ ਨੈਕਸਟ, ਇਸ ਦੇ ਵਿੱਚ ਤੁਸੀਂ ਡਿਫਰੈਂਸ ਦੇਖ ਸਕਦੇ ਹੋ। ਇਹਨੇ ਜਦੋਂ ਪੰਕਚੁਏਸ਼ਨ ਦੇ ਬੇਸ ਤੇ ਟੋਕਨਸ ਜਨਰੇਟ ਕੀਤੇ ਤਾਂ ਆਪਣੇ ਕੋਲ ਅਪੋਸਟ੍ਰੋਫ ਐਸ ਲੱਗ ਆ ਗਿਆ, ਕੋਮਾ ਲੱਗ ਆ ਗਿਆ, ਹਨਾ, ਤਾਂ ਟੀ ਲੱਗ ਆ ਗਿਆ, ਇਜ਼ਨ ਲੱਗ ਆ ਗਿਆ। ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਸੀ ਪੜਿਆ ਟਰੀ ਬੈਂਕ ਵਰਡ ਟੋਕਨਾਈਜ਼ਰ, ਇਸ ਦੀ ਆਊਟਪੁੱਟ ਕੁਝ ਇਸ ਤਰ੍ਹਾਂ ਆਈ। ਤਾਂ ਮਤਲਬ ਇਸ 'ਚ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਇਹਨਾਂ ਸਾਰਿਆਂ ਦਾ ਡਿਫਰੈਂਸ ਕੀ ਹੈ। ਇਹ ਨੋਟਬੁੱਕ ਦਾ ਆਪਾਂ ਲਿੰਕ ਦੇ ਦਾਂਗੇ ਥੱਲੇ, ਤੁਸੀਂ ਖੁਦ ਆਪਣੇ ਹੱਥ ਨਾਲ ਕਰਕੇ ਦੇਖਿਓ, ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਆਏਗੀ। ਤਾਂ ਮੂਵਿੰਗ ਔਨ ਟੂ ਨੈਕਸਟ ਸਲਾਈਡ, ਮਤਲਬ ਆਪਣੇ ਕੋਲ ਹੁਣ ਆਉਂਦਾ ਟੋਕਨ ਨਾਰਮਲਾਈਜੇਸ਼ਨ। ਤਾਂ ਟੋਕਨ ਨਾਰਮਲਾਈਜੇਸ਼ਨ ਕੀ ਹੁੰਦਾ ਵੀ ਵਰਡ ਹੈ ਹਨਾ, ਆਪਾਂ ਵਰਡਸ ਆਪਾਂ ਜਦੋਂ ਪਿੱਛੇ ਐਸ ਜਾਂ ਈਐਸ ਕਰਦੇ ਨੇ ਸਿੰਗੂਲਰ ਜਾਂ ਪਲੂਰਲ ਆਪਾਂ ਵਰਡ ਨੂੰ, ਜਿਵੇਂ ਕੋਈ ਐਂਟੀਟੀ ਹੈ ਨਾ, ਜਿਵੇਂ ਕੋਈ ਵੁਲਫ ਹੈ ਤੇ ਜਾਂ ਸਾਰੇ ਵੁਲਫਸ ਆ ਗਿਆ ਤਾਂ ਆਪਾਂ ਨੂੰ ਵੁਲਫਸ ਕਹਿ ਦਿੰਦੇ ਆ। ਤਾਂ ਆਪਾਂ ਕੀ ਕਰਨਾ, ਮਸ਼ੀਨ ਨੂੰ ਲਰਨ ਕਰਾਉਣਾ ਵੀ ਇੱਕ ਵੁਲਫ ਹੈ ਹਨਾ, ਇੱਕ ਪਰਟੀਕੂਲਰ ਐਂਟੀਟੀ ਹੈ। ਤਾਂ ਉਹ ਵੁਲਫ ਤੇ ਵੁਲਫਸ ਅਗਰ ਅਲੱਗ-ਅਲੱਗ ਟੋਕਨ ਬਣਨਗੇ ਤਾਂ ਉਹਦੇ ਨਾਲ ਕੋਈ ਜ਼ਿਆਦਾ ਫਾਇਦਾ ਨਹੀਂ ਹੋਏਗਾ ਆਪਾਂ ਨੂੰ, ਪਰ ਉਹ ਚੀਜ਼ ਤਾਂ ਇੱਕੋ ਹੀ ਹੈ। ਤਾਂ ਇਸ ਕਰਕੇ ਆਪਾਂ ਕੀ ਕਰਦੇ, ਨਾਰਮਲਾਈਜ਼ ਕਰ ਦਿੰਦੇ ਹਾਂ ਟੈਕਸਟ ਨੂੰ, ਤਾਂ ਕਿ ਵੁਲਫ ਤੇ ਵੁਲਫਸ ਦੋਨੋਂ ਜਿਹੜੇ ਨਾਰਮਲਾਈਜ਼ ਹੋ ਕੇ ਵੁਲਫ ਚ ਆ ਜਾਣ ਤੇ ਆਪਣੇ ਕੋਲ ਇੱਕੋ ਹੀ ਟੋਕਨ ਜਨਰੇਟ ਹੋਏ। ਤਾਂ ਇਸ ਚੀਜ਼ ਨੂੰ ਕਰਨ ਵਾਸਤੇ ਸਾਡੇ ਕੋਲ ਦੋ ਪ੍ਰੋਸੈਸਿਸ ਨੇ, ਇੱਕ ਸਟੈਮਿੰਗ ਹੈ, ਇੱਕ ਲੈਮੇਟਾਈਜੇਸ਼ਨ ਹੈ, ਠੀਕ ਹੈ। ਦੋਨੋਂ ਹੀ ਕੀ ਕਰਦੇ, ਵਰਡ ਨੂੰ ਉਹਦੀ ਸਟੈਮ ਫਾਰਮ ਚ ਲੈ ਕੇ ਜਾਂਦੇ ਆ। ਬਟ ਇਹ ਹੈ ਵੀ ਜਿਹੜਾ ਸਟੈਮਿੰਗ ਵਰਡ ਲੈ ਕੇ ਸਟੈਮਿੰਗ ਪ੍ਰੋਸੈਸ ਨਾਲ ਆਪਾਂ ਜਾਂਦੇ ਆ, ਉਹਦੇ 'ਚ ਜਿਹੜਾ ਵਰਡ ਜਨਰੇਟ ਹੁੰਦਾ ਨਾ, ਉਹ ਜ਼ਰੂਰੀ ਨਹੀਂ ਹੈ ਕਿ ਡਿਕਸ਼ਨਰੀ 'ਚ ਐਗਜ਼ਿਸਟ ਕਰਦਾ ਹੋਏਗਾ। ਉਹ ਵਰਡ ਦਾ ਕਈ ਵਾਰੀ ਇਦਾਂ, ਮਤਲਬ ਆਪਾਂ ਇੱਕ ਐਗਜ਼ਾਮਪਲ ਲਿਖਾਂਗੇ ਤੁਹਾਨੂੰ ਹੋਰ ਕਲੀਅਰ ਹੋਏਗਾ। ਪਰ ਜਿਹੜਾ ਲੈਮੇਟਾਈਜੇਸ਼ਨ ਹੈ ਉਹ ਜਿਹੜਾ ਵਰਡ ਜਨਰੇਟ ਕਰਕੇ ਤੁਹਾਨੂੰ ਦੇਗਾ ਹਨਾ, ਜਿਹਨੂੰ ਕਿ ਆਪਾਂ ਲੈਮਾ ਕਹਿੰਦੇ ਆ, ਉਹਦਾ ਪਰਟੀਕੂਲਰ ਮੀਨਿੰਗ ਹੁੰਦਾ ਹਮੇਸ਼ਾ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪੋਰਟਰ ਸਟੈਮਰ ਯੂਜ਼ ਕੀਤਾ, ਇਹਦੇ 'ਚ 5 ਹਿਊਰਿਸਟਿਕਸ ਹੁੰਦੇ ਨੇ, ਉਸਦੇ ਬੇਸਿਸ ਤੇ ਡਿਸੀਜਨ ਲੈਂਦਾ। ਤਾਂ ਆਪਾਂ ਇੱਕ ਫੇਜ਼ ਦਾ ਡਿਸਕਸ ਕਰ ਲੈਂਦੇ ਆ, ਇੱਕ ਹਿਊਰਿਸਟਿਕ ਨੂੰ। ਤਾਂ ਉਹਦੇ 'ਚ ਕੀ ਹੈ ਵੀ ਆਪਣੇ ਕੋਲ SES ਆ ਰਿਹਾ ਤਾਂ ਉਹ ਰਿਡਿਊਸ ਹੋ ਕੇ SS ਹੋ ਜਾਏਗਾ। ਲਾਈਕ KRSS ਆ ਰਿਹਾ ਤਾਂ ਉਹ KRS ਰਿਡਿਊਸ ਹੋ ਜਾਏਗਾ। ਸਿਮਿਲਰਲੀ ਸਾਰੇ ਤੁਸੀਂ ਅੱਗੇ ਦੇਖ ਸਕਦੇ ਹੋ। ਤਾਂ ਇਹ ਆਪਾਂ ਕਿਸ ਤਰ੍ਹਾਂ ਕਰਕੇ ਦੇਖ ਸਕਦੇ ਹਾਂ, NLTK, ਜਿਵੇਂ ਕਿ ਤੁਹਾਨੂੰ ਹੁਣੇ ਜਿਸਕਰਨ ਨੇ ਦੱਸਿਆ ਇੱਕ NLTK ਲਾਇਬ੍ਰੇਰੀ ਹੈ, ਤਾਂ ਉਸਦੇ ਥਰੂ ਆਪਾਂ ਇਸ ਚੀਜ਼ ਨੂੰ ਯੂਜ਼ ਕਰਕੇ ਦੇਖ ਸਕਦੇ ਹਾਂ, ਇੰਪੋਰਟ ਕਰਕੇ। ਤਾਂ ਐਗਜ਼ਾਮਪਲ ਹੈ ਲਾਈਕ ਥੱਲੇ ਵੀ ਫੀਟ ਹਨਾ, ਤਾਂ ਉਹਨੇ ਉਹਨੂੰ ਚੇਂਜ ਨਹੀਂ ਕੀਤਾ ਜਦੋਂ ਆਪਾਂ ਸਟੈਮਿੰਗ ਨਾਲ ਕੀਤਾ ਹਨਾ। ਬਟ ਜਦੋਂ ਅਸੀਂ ਦੇਖੋ ਲੈਮੇਟਾਈਜੇਸ਼ਨ ਕਰਾਂਗੇ ਤਾਂ ਤੁਸੀਂ ਦੇਖੋ ਤੁਹਾਨੂੰ ਡਿਫਰੈਂਸ ਦਿਖੇਗਾ। ਵੁਲਫਸ ਨੂੰ ਉਹਨੇ ਵੁਲਫ ਚ ਕਰਤਾ। ਹੁਣ WLV ਕੋਈ ਐਸਾ ਵਰਡ ਨਹੀਂ ਹੈ ਜਿਹੜਾ ਡਿਕਸ਼ਨਰੀ 'ਚ ਐਗਜ਼ਿਸਟ ਕਰਦਾ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਕੁਝ ਵਰਡ ਜਨਰੇਟ ਕਰ ਦਿੰਦਾ ਸਟੈਮਿੰਗ ਜਦੋਂ ਆਪਾਂ ਕਰਦੇ ਹਾਂ। ਤਾਂ ਇਹ ਉਹਦੀ ਮਤਲਬ
कह लो एक प्रॉब्लम है, लाइक इट फेल्स ऑन इरेगुलर फॉर्म्स एंड प्रोड्यूसेस नॉन वर्ड्स। ਹੁਣ ਅਗਰ ਆਪਾਂ ਦੇਖੀਏ ਕਿ ਲੈਮਟਾਈਜੇਸ਼ਨ ਨੂੰ ਤਾਂ ਇਹ ਕੀ ਵਰਡਨੈਟ ਡਾਟਾਬੇਸ ਨੂੰ ਯੂਜ਼ ਕਰਦਾ ਹੈ ਲੈਮਸ ਨੂੰ ਲੱਭਣ ਵਾਸਤੇ, ਠੀਕ ਹੈ। ਤਾਂ ਇਹ ਵੀ ਆਪਾਂ ਐਨਐਲਟੀਕੇ ਲਾਇਬ੍ਰੇਰੀ ਨਾਲ ਕਰ ਸਕਦੇ ਹਾਂ ਯੂਜ਼ ਵਰਡਨੈਟ ਲੈਮਟਾਈਜ਼ਰ। ਤਾਂ ਇਹਦੀ ਐਗਜ਼ਾਮਪਲਸ ਤੁਸੀਂ ਦੇਖੋ, ਫੀਟ ਹੈ ਜਿਹੜਾ ਵਰਡ ਉਹ ਰਿਡਿਊਸ ਹੋ ਕੇ ਫੁੱਟ ਚ ਹੋ ਗਿਆ, ਤੇ ਵੁਲਫਸ ਹੈ ਜਿਹੜਾ ਵੁਲਫ ਚ ਹੋ ਗਿਆ, ਬਟ ਜਿਹੜਾ ਟਾਕਡ ਹੈ ਉਹ ਟਾਕਡ ਹੀ ਰਹਿ ਗਿਆ। ਤਾਂ ਪ੍ਰੋਬਲਮ ਇਹ ਹੈ ਕਿ ਸਾਰੇ ਵਰਡਸ ਨੂੰ ਨਹੀਂ ਕਰ ਪਾਉਂਦਾ, ਠੀਕ ਹੈ। ਮਤਲਬ ਇਹ ਹੈਲਪ ਲੈਂਦਾ ਵਰਡਨੈਟ ਡਾਟਾਬੇਸ ਦੀ, ਜੋ ਉਹਦੇ ਚ ਚੀਜ਼ ਹੈਗੀ ਹੈ ਫਿਰ ਤਾਂ ਉਹ ਕਰ ਦੇਗਾ, ਅਗਰ ਨਹੀਂ ਹੈ ਤਾਂ ਫਿਰ ਉਹ ਚੀਜ਼ ਰਹਿ ਜਾਂਦੀ ਹੈ। ਤਾਂ ਇੱਥੋਂ ਆਪਾਂ ਨੂੰ ਮਤਲਬ ਇੱਕ ਟੇਕ ਅਵੇ ਇਹ ਮਿਲਦਾ ਹੈ ਵੀ ਸਾਡੇ ਕੋਲ ਸਟੈਮਿੰਗ ਤੇ ਲੈਮਟਾਈਜੇਸ਼ਨ ਦੋ ਪ੍ਰੋਸੈਸਿਸ ਨੇ, ਬਟ ਇਹ ਡਿਪੈਂਡ ਕਰਦਾ ਹਮੇਸ਼ਾ ਸਾਡੀ ਮਤਲਬ ਰਿਕੁਆਇਰਮੈਂਟ ਤੇ ਕਿ ਅਸੀਂ ਕਿਹੜੀ ਚੂਜ਼ ਕਰਨੀ ਹੈ। ਤਾਂ ਅਸੀਂ ਦੋਨੋਂ ਯੂਜ਼ ਕਰਕੇ ਦੇਖਦੇ ਹਾਂ, ਜਿਸ ਨਾਲ ਸਾਡੇ ਬੈਸਟ ਰਿਜ਼ਲਟ ਸਾਰੇ ਹੁੰਦੇ ਆ ਉਸ ਟਾਈਮ ਤੇ ਆਪਾਂ ਉਹ ਚੀਜ਼ ਯੂਜ਼ ਕਰ ਲੈਂਦੇ ਹਾਂ। ਤੇ ਫਰਦਰ ਮੈਂ ਤੁਹਾਨੂੰ ਇੱਕ ਮਿੰਟ ਇਹ ਚੀਜ਼ ਦਿਖਾ ਦਿੰਦਾ ਇੰਪਲੀਮੈਂਟ ਕਿਸ ਤਰ੍ਹਾਂ ਹੁੰਦੀ ਹੈ। ਲਾਈਕ ਆਪਾਂ ਅਗਰ ਦੇਖੀਏ, ਆਪਾਂ ਐਨਐਲਟੀਕੇ ਇੰਪੋਰਟ ਕੀਤਾ ਤੇ ਆਪਣੇ ਕੋਲ ਟੈਕਸਟ ਸੀਗਾ ਹਨਾ, ਤੇ ਲਾਈਕ ਸੌਰੀ ਸਟੈਮਿੰਗ ਐਂਡ ਲੈਮਟਾਈਜੇਸ਼ਨ। ਤਾਂ ਇਹ ਚੀਜ਼ ਦੇਖੋ ਤੁਸੀਂ, ਜਦੋਂ ਆਪਾਂ ਜਦੋਂ ਆਪਾਂ ਸਟੈਮਿੰਗ ਕੀਤੀ ਤਾਂ ਆਪਣੇ ਕੋਲ ਦੇਖੋ ਵਰਡਸ ਹੈ ਫੀਟ, ਕੈਟ, ਵੁਲਫ, ਟਾਕ ਹਨਾ। ਪਰ ਜਦੋਂ ਅਸੀਂ ਦੇਖੋ ਲੈਮਟਾਈਜੇਸ਼ਨ ਕਰਾਂਗੇ ਤਾਂ ਆਪਣੇ ਕੋਲ ਆਊਟਪੁੱਟ ਆਉਂਦੀ ਹੈ ਲਾਈਕ ਦਿਸ, ਫੀਟ ਨੂੰ ਫੁੱਟ ਚ ਕਰਤਾ, ਕੈਟ ਠੀਕ ਹੈ ਨਾ, ਵੁਲਫ ਨੂੰ ਵੁਲਫ ਚ ਕਰਤਾ, ਜੋ ਆਪਾਂ ਹੁਣੇ ਉੱਥੇ ਡਿਸਕਸ ਕਰਿਆ ਸੀਗਾ। ਹਾਂ ਅੱਗੇ ਆਪਾਂ ਦੇਖੀਏ, ਆਪਾਂ ਹੋਰ ਮਤਲਬ ਥੋੜੀ ਬਹੁਤੀ ਨਾਰਮਲਾਈਜੇਸ਼ਨ ਹੋਰ ਵੀ ਕਰ ਸਕਦੇ ਹਾਂ, ਲਾਈਕ ਜਿਵੇਂ ਕੈਪੀਟਲ ਲੈਟਰਸ ਨੂੰ ਨਾਰਮਲਾਈਜ਼ ਕਰ ਦੇਣਾ। ਹੁਣ ਹਰ ਇੱਕ ਸੈਂਟੈਂਸ ਹੈ ਹਨਾ, ਉਹਦੇ ਸਟਾਰਟਿੰਗ ਵਾਲਾ ਜਿਹੜਾ ਲੈਟਰ ਹੁੰਦਾ ਸਾਨੂੰ ਪਤਾ ਕੈਪੀਟਲ ਹੁੰਦਾ, ਬਟ ਅਗਰ ਅਸੀਂ ਟੋਕਨਸ ਜਨਰੇਟ ਕਰਦੇ ਪਏ ਹਾਂ ਤਾਂ ਉਹ ਕੀ ਕਰੇਗਾ, ਕੈਪੀਟਲ ਲੈਟਰ ਵਾਲੇ ਵਰਡ ਦਾ ਅਲੱਗ ਟੋਕਨ ਬਣਾ ਦੇਗਾ। ਅਗਰ ਉਹ ਵਰਡ ਦੁਬਾਰਾ ਰਿਪੀਟ ਹੋ ਰਿਹਾ ਜਿਸ 'ਚ ਸਾਰੇ ਲੈਟਰ ਸਮਾਲ ਹੈ, ਉਹਦਾ ਅਲੱਗ ਟੋਕਨ ਬਣ ਜਾਏਗਾ। ਅਗੇਨ ਕੀ ਹੈ ਵੀ ਉਸ ਵਰਡਸ ਤਾਂ ਸੇਮ ਹੈ, ਮੀਨਿੰਗ ਸੇਮ ਹੈ ਉਹਦਾ, ਤੇ ਅਨਨੈਸੈਸਰੀ ਫਿਰ ਕੰਪੀਟੀਸ਼ਨ ਵੱਧ ਰਹੀ ਹੈ। ਤਾਂ ਆਪਾਂ ਕੀ ਕਰਦੇ ਹਾਂ, ਲੋਅਰ ਕਰਦੇ ਨੇ ਜਿਹੜੇ ਸੈਂਟੈਂਸ ਦੀ ਬਿਗਨਿੰਗ ਹੈ, ਠੀਕ ਹੈ, ਤੇ ਲੋਅਰ ਕਰਦੇ ਨੇ ਜਿਹੜੇ ਟਾਈਟਲਸ ਨੇ, ਕਿਉਂਕਿ ਟਾਈਟਲ ਵੀ ਕਈ ਵਾਰੀ ਆਪਾਂ ਅੱਗੇ ਰੈਫਰ ਕਰ ਦਿੰਦੇ ਹਾਂ। ਤਾਂ ਇੱਕ ਚੀਜ਼ ਹੈ ਜਿਹੜੀ ਆਪਾਂ ਨਹੀਂ ਲੋਅਰ ਕੇਸ ਕਰਦੇ, ਜਦੋਂ ਵੀ ਇਨ ਬਿਟਵੀਨ ਸੈਂਟੈਂਸਿਸ ਦੇ ਵਿੱਚ ਕੁਝ ਵਰਡਸ ਹੁੰਦੇ ਨੇ ਜਿਵੇਂ ਕੈਪੀਟਲ 'ਚ ਲਿਖੇ ਹੋਣ, ਲਾਈਕ ਯੂਐਸ ਲਿਖਿਆ ਹੋਇਆ, ਹੁਣ ਅਗਰ ਯੂਐਸ ਨੂੰ ਮੈਂ ਕਰ ਦਾਂਗਾ ਨਾਰਮਲਾਈਜ਼ ਕਰ ਦਾਂਗਾ ਹਨਾ, ਲੋਅਰ ਕੇਸ ਲਿਆਵਾਂਗਾ ਤਾਂ ਉਹ ਅਸ ਬਣ ਜਾਏਗਾ। ਅਸ ਇੱਕ ਅਲੱਗ ਕੰਟੈਕਸਟ ਗੱਲ ਹੋ ਰਹੀ ਹੈ, ਪਰ ਯੂਐਸ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਫਿਰ ਗੜਬੜ ਹੋ ਜਾਏਗੀ। ਤਾਂ ਇਸ ਲਈ ਆਪਾਂ ਜਿਹੜੇ ਮਿਡਲ ਸੈਂਟੈਂਸ ਵਰਡਸ ਹੁੰਦੇ ਆ ਉਹਨਾਂ ਨੂੰ ਨਹੀਂ ਛੇੜਦੇ। ਹੁਣ ਇੱਕ ਐਕਰੋਨਿਮਸ ਹੁੰਦੇ ਆਪਣੇ ਕੋਲ, ਠੀਕ ਹੈ, ਕੋਈ ਉਹਨੂੰ ਇਦਾਂ ਲਿਖ ਦਿੰਦਾ ਹੈ ਲਾਈਕ ਕੈਪੀਟਲ ਈ ਦੈਨ ਟੀ ਫਿਰ ਏ, ਕੋਈ ਛੋਟੇ ਸਾਰੇ ਲੋਅਰ ਕੇਸ ਲਿਖਦਾ ਹੈ, ਤਾਂ ਆਪਾਂ ਉਹਨੂੰ ਸਾਰੀ ਚੀਜ਼ਾਂ ਨੂੰ ਨਾਰਮਲਾਈਜ਼ ਕਰ ਦਿੰਦੇ ਹਾਂ ਵੀ ਈ ਟੀ ਏ ਕੈਪੀਟਲ ਲਿਖ ਕੇ ਜਾਂ ਸਮਾਲ ਸਾਰੇ ਲਿਖ ਕੇ, ਤਾਂ ਕਿ ਉਹ ਬਾਰ-ਬਾਰ ਅਗਰ ਕਿਤੇ ਲਿਖੀ ਜਾ ਰਹੀ ਹੈ ਚੀਜ਼ ਤਾਂ ਉਹਦੇ ਅਲੱਗ-ਅਲੱਗ ਟੋਕਨਸ ਨਾ ਬਣਨ। ਅਗੇਨ ਆਪਾਂ ਰੈਗੂਲਰ ਐਕਸਪ੍ਰੈਸ਼ਨਸ ਨੂੰ ਵੀ ਯੂਜ਼ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਰਿਮੂਵ ਕਰਨ ਵਾਸਤੇ, ਬਟ ਥੋੜਾ ਜਿਹਾ ਹਾਰਡ ਹੋ ਜਾਂਦਾ ਵਰਕ, ਹੋਰ ਕੋਈ ਪ੍ਰੋਬਲਮ ਨਹੀਂ, ਠੀਕ ਹੈ। ਤੇ ਫਿਰ ਆਪਣੇ ਕੋਲ ਆਇਆ ਨੇ ਸਮਰੀ, ਅਗਰ ਆਪਾਂ ਦੇਖੀਏ ਜੋ ਆਪਾਂ ਪੜਿਆ, ਆਪਾਂ we can think of text as a sequence of tokens. Tokenization is a process of extracting those tokens, ठीक है। We can normalize tokens using stemming or lemmatization, and we can also normalize casing and acronyms. ਤਾਂ ਇਹ ਨੈਕਸਟ ਵੀਡੀਓ ਹੁਣ ਡਿਸਕਸ ਕਰਨ ਤੁਹਾਨੂੰ ਦੱਸੇਗਾ ਵੀ ਬੈਗ ਆਫ ਵਰਡਸ ਕਿਵੇਂ ਕੰਮ ਕਰਦਾ ਹੈ, ਲਾਈਕ ਆਪਾਂ ਕਿੱਦਾਂ ਟੋਕਨਸ ਤੋਂ ਫੀਚਰਸ ਆਪਾਂ ਐਕਸਟ੍ਰੈਕਟ ਕਰ ਸਕਦੇ ਹਾਂ ਆਪਣੇ ਮਾਡਲ ਵਾਸਤੇ, ਕਿੱਦਾਂ TF-IDF ਨਾਲ ਉਸ ਚੀਜ਼ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਓਕੇ, ਸੋ